ਅੱਗੇ ਆਪਾਂ ਪੜਾਂਗੇ ਫੰਕਸ਼ਨਸ ਦੀ ਵਰਤੋਂ ਕਰਨਾ, ਹਾਊ ਟੂ ਯੂਜ਼ ਫੰਕਸ਼ਨਸ। ਅਸੀਂ ਪਹਿਲਾਂ ਹੀ ਪੜ ਚੁੱਕੇ ਹਾਂ ਕਿ ਇੱਕ ਫੰਕਸ਼ਨ ਪਹਿਲਾਂ ਤੋਂ ਹੀ ਨਿਰਧਾਰਿਤ ਇੱਕ ਫਾਰਮੂਲਾ ਹੁੰਦਾ ਹੈ ਜੋ ਖਾਸ ਕਿਸਮਾਂ ਦੇ ਮੁੱਲਾਂ ਦੀ ਵਰਤੋਂ ਕਰਦਿਆਂ ਗਣਨਾ ਕਰਦਾ ਹੈ। ਪਾਠ ਦੇ ਇਸ ਭਾਗ ਵਿੱਚ ਅਸੀਂ MS ਐਕਸਲ ਵਿੱਚ ਵਰਤੇ ਜਾਂਦੇ ਫੰਕਸ਼ਨਸ ਦੀਆਂ ਕੁਝ ਮੁੱਖ ਸ਼੍ਰੇਣੀਆਂ ਬਾਰੇ ਪੜਾਂਗੇ। ਸਭ ਤੋਂ ਪਹਿਲਾਂ ਗਣਿਤਕ ਫੰਕਸ਼ਨਸ, ਮੈਥਮੈਟਿਕਲ ਫੰਕਸ਼ਨਸ। ਇਹ ਫੰਕਸ਼ਨ ਮੁੱਖ ਤੌਰ ਤੇ ਗਣਿਤਕ ਗਣਨਾਵਾਂ ਕਰਨ ਲਈ ਵਰਤੇ ਜਾਂਦੇ ਹਨ, ਜਿਵੇਂ ਕਿ ਸਭ ਤੋਂ ਪਹਿਲਾਂ ਸਮ ਫੰਕਸ਼ਨ। ਇਹ ਫੰਕਸ਼ਨ ਮੁੱਖ ਤੌਰ ਤੇ ਦਿੱਤੇ ਗਏ ਸੈੱਲਾਂ ਜਾਂ ਰੇਂਜ ਦੇ ਮੁੱਲਾਂ ਦਾ ਜੋੜ ਪਤਾ ਕਰਨ ਲਈ ਵਰਤਿਆ ਜਾਂਦਾ ਹੈ। ਜਿਵੇਂ ਕਿ ਤੁਹਾਡੀ ਕਿਤਾਬ 'ਚ ਐਗਜ਼ਾਮਪਲ ਦਿੱਤਾ ਹੋਇਆ ਹੈ ਕਿ ਆਪਣੇ ਕੋਲ ਇੱਕ ਨੰਬਰ ਹੈਗੇ ਆ ਕੁਝ, ਆਪਾਂ ਇਹਨਾਂ ਸਾਰਿਆਂ ਦਾ ਸਮ ਜਾਂ ਟੋਟਲ ਜਾਂ ਜੋੜ ਪਤਾ ਕਰਨਾ ਹੈ, ਤਾਂ ਆਪਾਂ ਸਮ ਫੰਕਸ਼ਨ ਯੂਜ਼ ਕੀਤਾ is equal to sum sum, ਫਿਰ ਬ੍ਰੈਕਟ ਦੇ ਵਿੱਚ ਆਪਾਂ ਕਿਹੜੇ ਸੈੱਲ ਤੋਂ ਕਿਹੜੇ ਸੈੱਲ ਤੱਕ ਦਾ ਸਮ ਪਤਾ ਕਰਨਾ ਹੈ ਉਹ ਆਪਾਂ ਪਾ ਦਿਆਂਗੇ। ਜਿਵੇਂ ਇੱਥੇ ਦੇਖਦੇ ਹੋ ਤੁਸੀਂ A2 ਤੋਂ ਲੈ ਕੇ F2 ਤੱਕ ਦਾ ਸਮ ਪਤਾ ਕਰਨਾ ਹੈ, A2 ਕੋਲਨ F2, ਤਾਂ ਆਪਣੇ ਕੋਲ ਰਿਜ਼ਲਟ ਆ ਗਿਆ 34। ਅੱਗੇ ਆਪਣੇ ਕੋਲ ਹੈ ਕਾਊਂਟ ਫੰਕਸ਼ਨ। ਇਸ ਫੰਕਸ਼ਨ ਦੀ ਵਰਤੋਂ ਉਹਨਾਂ ਸੈੱਲਾਂ ਦੀ ਗਿਣਤੀ ਕਰਨ ਲਈ ਕੀਤੀ ਜਾ ਸਕਦੀ ਹੈ ਜਿਨ੍ਹਾਂ ਵਿੱਚ ਸੰਖਿਆਵਾਂ ਹਨ। ਇਹ ਉਹਨਾਂ ਸੈੱਲਾਂ ਨੂੰ ਗਿਣਤੀ ਵਿੱਚੋਂ ਛੱਡ ਦੇਵੇਗਾ ਜਿਨ੍ਹਾਂ ਵਿੱਚ ਕੋਈ ਸੰਖਿਆ ਨਹੀਂ ਹੈ। ਜਿਵੇਂ ਕਿ ਦੇਖੋ ਆਪਣੇ ਕੋਲ ਇਹ ਵਾਲੇ ਰੋ ਦੇ ਵਿੱਚ 2 4 B A 9 ਕੁਝ ਨੰਬਰਸ ਹੈਗੇ ਆ, ਕੁਝ ਲੈਟਰਸ ਹੈਗੇ ਆ। ਆਪਾਂ ਅਗਰ ਗਿਣਨਾ ਚਾਹੁੰਦੇ ਹਾਂ ਕਿ ਇੱਥੋਂ ਲੈ ਕੇ ਇੰਨਾ ਤੱਕ ਕਿੰਨੇ ਨੰਬਰ ਹੈਗੇ ਆ, ਕਿੰਨੀਆਂ ਸੰਖਿਆਵਾਂ ਹੈਗੀਆਂ, ਤਾਂ ਆਪਾਂ ਕਾਊਂਟ ਫੰਕਸ਼ਨ ਦਾ ਯੂਜ਼ ਕਰਾਂਗੇ। ਕਿੱਦਾਂ is equal to count, ਕਿਹੜੇ ਸੈੱਲ ਤੋਂ ਕਿਹੜੇ ਸੈੱਲ ਤੱਕ ਲੱਭਣਾ ਹੈ, ਇਹ ਵਾਲੇ ਸੈੱਲ ਤੋਂ A2 ਤੋਂ ਲੈ ਕੇ F2 ਤੱਕ। ਤਾਂ ਆਪਣੇ ਕੋਲ ਇਹਦੇ ਵਿੱਚ ਦੇਖੋ ਕਿੰਨੀਆਂ ਸੰਖਿਆ ਹਨ, 1 2 ਤੇ 3, ਇਸ ਲਈ ਆਪਣਾ ਰਿਜ਼ਲਟ ਆ ਗਿਆ 3। ਅੱਗੇ ਕਾਊਂਟ A ਫੰਕਸ਼ਨ। ਇਸ ਫੰਕਸ਼ਨ ਦੀ ਵਰਤੋਂ ਉਸ ਸਮੇਂ ਕੀਤੀ ਜਾ ਸਕਦੀ ਹੈ ਜਦੋਂ ਅਸੀਂ ਕਿਸੇ ਵੀ ਕਿਸਮ ਦੇ ਡੇਟਾ ਵਾਲੇ ਸਾਰੇ ਸੈੱਲਾਂ ਦੀ ਗਿਣਤੀ ਕਰਨਾ ਚਾਹੁੰਦੇ ਹਾਂ। ਸਿਰਫ ਉਹ ਸੈੱਲ ਹੀ ਇੱਕ ਰੇਂਜ ਵਿੱਚੋਂ ਗਿਣਨ ਤੋਂ ਰਹਿ ਜਾਣਗੇ ਜੋ ਖਾਲੀ ਹਨ। ਹੁਣ ਅੱਗੇ ਦੇਖੋ ਆਪਣੇ ਕੋਲ ਐਗਜ਼ਾਮਪਲ, ਜੇ ਆਪਾਂ ਇੱਥੋਂ ਲੈ ਕੇ ਇੰਨਾ ਤੱਕ ਸਾਰੇ ਸੈੱਲਾਂ ਦੇ ਵਿੱਚ ਜਿਹਦੇ ਵਿੱਚ ਵੀ ਕੋਈ ਡੇਟਾ ਹੈ, ਅਗਰ ਆਪਾਂ ਉਹਨਾਂ ਸੈੱਲਾਂ ਦੀ ਗਿਣਤੀ ਕਰਨਾ ਚਾਹੁੰਦੇ ਹਾਂ ਤਾਂ ਆਪਾਂ ਕਾਊਂਟ A ਫੰਕਸ਼ਨ ਦੀ ਵਰਤੋਂ ਕਰਦੇ ਹਾਂ। is equal to count A, A2 ਤੋਂ ਲੈ ਕੇ F2। ਦੇਖੋ ਸਿਰਫ ਇੱਕੋ ਖਾਲੀ ਤਾਂ ਹੈ, 6 ਵਿੱਚੋਂ ਇੱਕ ਗਿਆ ਤਾਂ 5 ਸੈੱਲਾਂ ਦੇ ਵਿੱਚ ਡੇਟਾ ਹੈ, ਤਾਂ ਆਪਣਾ ਰਿਜ਼ਲਟ ਆ ਗਿਆ 5। ਹੁਣ ਅੱਗੇ ਦੇਖੋ ਕਾਊਂਟ ਬਲੈਂਕ ਫੰਕਸ਼ਨ। ਇਸ ਫੰਕਸ਼ਨ ਦੀ ਵਰਤੋਂ ਇੱਕ ਰੇਂਜ ਵਿੱਚ ਸਿਰਫ ਖਾਲੀ ਸੈੱਲਾਂ ਦੀ ਗਿਣਤੀ ਕਰਨ ਲਈ ਕੀਤੀ ਜਾ ਸਕਦੀ ਹੈ। ਜਿਵੇਂ ਕਿ ਆਪਾਂ ਹੁਣ ਆਹ ਵਾਲੀ ਰੋ ਦੇ ਵਿੱਚ ਸਿਰਫ ਖਾਲੀ ਸੈੱਲ ਕਿੰਨੇ ਹਨ ਉਹਨਾਂ ਦੀ ਗਿਣਤੀ ਕਰਨੀ ਹੋਵੇ ਤਾਂ ਆਪਾਂ ਕਾਊਂਟ ਬਲੈਂਕ ਫੰਕਸ਼ਨ ਯੂਜ਼ ਕਰਦੇ ਹਾਂ। ਹੁਣ A2 ਤੋਂ ਲੈ ਕੇ F2 ਤੱਕ ਕਿੰਨੇ ਖਾਲੀ ਸੈੱਲ ਹਨ, ਇੱਕ ਹੀ ਖਾਲੀ ਸੈੱਲ ਹੈ, ਇਸ ਕਰਕੇ ਆਪਣਾ ਰਿਜ਼ਲਟ ਆਇਆ 1। ਅੱਗੇ ਹੈ ਆਪਣੇ ਕੋਲੇ ਐਵਰੇਜ ਫੰਕਸ਼ਨ। ਇਸ ਫੰਕਸ਼ਨ ਦੀ ਵਰਤੋਂ ਉਸ ਸਮੇਂ ਕੀਤੀ ਜਾ ਸਕਦੀ ਹੈ ਜਦੋਂ ਅਸੀਂ ਸੈੱਲਾਂ ਜਾਂ ਰੇਂਜ ਤੇ ਨਿਰਧਾਰਿਤ ਸਮੂਹ ਦੀ ਔਸਤ ਜਾਂ ਅਰਿਥਮੈਟਿਕ ਮੀਨ ਪ੍ਰਾਪਤ ਕਰਨਾ ਚਾਹੁੰਦੇ ਹਾਂ। ਜਦੋਂ ਆਪਾਂ ਕੁਝ ਸੈੱਲਸ ਦੇ ਵਿੱਚ ਜੋ ਡੇਟਾ ਹੈ, ਅਗਰ ਆਪਾਂ ਉਹਦੀ ਐਵਰੇਜ ਕੱਢਣਾ ਚਾਹੁੰਦੇ ਹਾਂ ਤਾਂ ਆਪਾਂ ਐਵਰੇਜ ਫਾਰਮੂਲਾ ਵਰਤ ਸਕਦੇ ਹਾਂ। ਤਾਂ ਆਪਾਂ ਇੱਥੇ ਦੇਖ ਰਹੇ ਹੋ ਤੁਸੀਂ is equal to ਐਵਰੇਜ, A2 ਤੋਂ ਲੈ ਕੇ F2 ਤੱਕ ਦੀ ਐਵਰੇਜ ਕੱਢਣੀ ਹੈ ਤਾਂ ਰਿਜ਼ਲਟ ਆਪਣੇ ਕੋਲ ਆ ਗਿਆ 5.66। ਫਿਰ ਅੱਗੇ ਆਪਣੇ ਕੋਲ ਆਉਂਦਾ ਹੈ ਮਿਨ ਫੰਕਸ਼ਨ। ਇਸ ਫੰਕਸ਼ਨ ਦੀ ਵਰਤੋਂ ਉਸ ਸਮੇਂ ਕੀਤੀ ਜਾ ਸਕਦੀ ਹੈ ਜਦੋਂ ਅਸੀਂ ਨਤੀਜੇ ਵਜੋਂ ਸੈੱਲਾਂ ਦੇ ਸਮੂਹ ਜਾਂ ਰੇਂਜ ਵਿੱਚੋਂ ਸਭ ਤੋਂ ਛੋਟਾ ਨੰਬਰ ਪ੍ਰਾਪਤ ਕਰਨਾ ਚਾਹੁੰਦੇ ਹਾਂ। ਤਾਂ ਆ ਦੇਖੋ ਹੁਣ ਆਪਣੇ ਕੋਲ ਬਹੁਤ ਸਾਰੇ ਨੰਬਰਸ ਹੈਗੇ ਆ, ਜੇ ਆਪਾਂ ਇਹਨਾਂ ਸਾਰਿਆਂ ਚੋਂ ਸਭ ਤੋਂ ਛੋਟਾ ਨੰਬਰ ਲੱਭਣਾ ਹੋਵੇ ਤਾਂ ਆਪਾਂ ਮਿਨ ਫੰਕਸ਼ਨ ਦੀ ਵਰਤੋਂ ਕਰ ਸਕਦੇ ਹਾਂ। ਹੁਣ ਦੇਖੋ ਇਹਦੇ ਵਿੱਚ ਸਭ ਤੋਂ ਛੋਟਾ ਨੰਬਰ ਕਿਹੜਾ ਹੈ, 2। ਹਾਂਜੀ, ਇਸ ਕਰਕੇ ਆਪਣਾ ਰਿਜ਼ਲਟ ਆਇਆ ਹੈ 2। ਉਦਾਂ ਹੀ ਆਪਣੇ ਕੋਲ ਇੱਕ ਨੈਕਸਟ ਫੰਕਸ਼ਨ ਹੁੰਦਾ ਹੈ ਜੋ ਕਿ ਕੁਝ ਨੰਬਰਾਂ ਵਿੱਚੋਂ ਸਭ ਤੋਂ ਵੱਡਾ ਨੰਬਰ ਕਿਹੜਾ ਹੈ ਉਹ ਆਪਾਂ ਨੂੰ ਦੱਸਦਾ ਹੈ। ਤਾਂ ਦੇਖੋ ਆਪਾਂ ਆਹ ਵਾਲੇ ਨੰਬਰਸ ਤੇ ਮੈਕਸ ਫੰਕਸ਼ਨ ਲਗਾਇਆ is equal to max A2 ਤੋਂ ਲੈ ਕੇ F2 ਤੱਕ, ਤਾਂ ਇਹਦੇ ਵਿੱਚੋਂ ਸਭ ਤੋਂ ਵੱਡਾ ਨੰਬਰ ਹੈ 9, ਇਸ ਕਰਕੇ ਆਪਣਾ ਰਿਜ਼ਲਟ ਆਇਆ ਹੈ 9। ਅੱਗੇ ਆਪਣੇ ਕੋਲ ਆਉਂਦਾ ਹੈ ਰੈਂਕ ਫੰਕਸ਼ਨ। ਇਹ ਫੰਕਸ਼ਨ ਚੁਣੇ ਹੋਏ ਸੈੱਲਾਂ ਨੂੰ ਇੱਕ ਖਾਸ ਚੁਣੀ ਹੋਈ ਰੇਂਜ ਵਿੱਚੋਂ ਉਸਦੇ ਮੁੱਲ ਦੇ ਆਧਾਰ ਤੇ ਦਰਜਾ ਦੇਵੇਗਾ, ਮਤਲਬ ਇੱਕ ਰੈਂਕ ਦੇਗਾ।
ਹੁਣ ਦੇਖੋ ਇੱਥੇ ਆਪਣੇ ਕੋਲ ਬਹੁਤ ਸਾਰੇ ਨੰਬਰਸ ਲਿਖੇ ਹੋਏ ਆ, ਆਪਾਂ ਫਾਰਮੂਲਾ ਵਰਤਿਆ ਹੈ ਇਜ਼ ਇਕੁਅਲ ਟੂ ਰੈਂਕ A2, ਮਤਲਬ ਇਹ ਵਾਲੇ ਨੰਬਰ ਦੀ ਆਪਾਂ ਰੈਂਕ ਫਾਈਂਡ ਕਰਨੀ ਹੈ, ਕਿਹਦੇ ਵਿੱਚੋਂ, ਇੱਥੋਂ ਲੈ ਕੇ ਇੰਨਾ ਤੱਕ A12 ਤੱਕ, ਤਾਂ A2 ਤੋਂ ਲੈ ਕੇ A12 ਤੱਕ ਆਪਾਂ A2 ਦੀ ਰੈਂਕ ਪਤਾ ਕਰਨੀ ਹੈ, ਤਾਂ ਇਹਨੂੰ ਐਕਸਲ ਨੇ ਆਪਣੇ ਆਪ 8 ਰੈਂਕ ਦਿੱਤੀ ਹੈ। ਇਦਾਂ ਹੀ ਹੁਣ ਤੁਸੀਂ ਜਿੱਥੇ ਵੀ 4 ਹੋਏਗਾ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਰੈਂਕ ਹੈ 8। ਤਾਂ ਇਦਾਂ ਹੀ ਸਾਰੇ ਨੰਬਰਸ ਨੂੰ ਉਹਨੇ ਕੋਈ ਨਾ ਕੋਈ ਰੈਂਕ ਦੇ ਦਿੱਤਾ ਹੈ। ਫਿਰ ਅੱਗੇ ਹੈ ਆਪਣੇ ਕੋਲ ਲਾਰਜ ਫੰਕਸ਼ਨ। ਇਹ ਫੰਕਸ਼ਨ ਸੈੱਲਾਂ ਦੇ ਸਮੂਹ ਜਾਂ ਰੇਂਜ ਵਿੱਚੋਂ n ਦਰਜੇ ਦਾ ਵੱਡਾ ਨੰਬਰ ਦੇਵੇਗਾ। ਮਤਲਬ ਜਿਵੇਂ ਆਪਣੇ ਕੋਲ ਨੰਬਰਸ ਹੈਗੇ ਆ ਕੁਝ, ਆਪਾਂ ਕਹਿੰਦੇ ਆ ਕਿ ਫਾਈਂਡ ਦਾ ਫਸਟ ਲਾਰਜੈਸਟ ਨੰਬਰ, ਤਾਂ ਆਪਾਂ ਫਾਰਮੂਲਾ ਵਰਤ ਸਕਦੇ ਹਾਂ ਇਜ਼ ਇਕੁਅਲ ਟੂ ਲਾਰਜ, ਕਿਹੜੀ ਰੇਂਜ, ਇੱਥੇ ਰੇਂਜ ਮਤਲਬ 4 ਤੋਂ ਲੈ ਕੇ ਮਤਲਬ ਇਹ ਵਾਲੇ ਨੰਬਰ ਤੋਂ ਲੈ ਕੇ ਇਹਨਾਂ ਤੱਕ, ਇਹਦੇ ਵਿੱਚੋਂ ਸਭ ਤੋਂ ਵੱਡਾ ਨੰਬਰ ਕਿਹੜਾ ਹੈ, ਉਹ ਹੈ 9, ਇਸ ਕਰਕੇ ਆਪਣਾ ਰਿਜ਼ਲਟ ਆ ਗਿਆ 9। ਫਿਰ ਅਗਲਾ ਫਾਰਮੂਲਾ ਕਹਿੰਦਾ ਹੈ ਕਿ ਇਹ ਵਾਲੀ ਰੇਂਜ ਤੋਂ ਇਹਨਾਂ ਤੱਕ ਸੈਕਿੰਡ ਲਾਰਜੈਸਟ ਨੰਬਰ ਕਿਹੜਾ ਹੈ, ਉਹ ਹੈ 8, ਇਸ ਕਰਕੇ ਆਪਣਾ ਰਿਜ਼ਲਟ ਆ ਗਿਆ 8। ਇਸ ਲਈ ਆਪਾਂ ਵਰਤਦੇ ਹਾਂ ਲਾਰਜ ਫੰਕਸ਼ਨ। ਅੱਗੇ ਆਪਣੇ ਕੋਲ ਆਉਂਦਾ ਹੈ ਰਾਉਂਡ ਫੰਕਸ਼ਨ। ਇਸ ਫੰਕਸ਼ਨ ਦੀ ਵਰਤੋਂ ਅੰਕਾਂ ਦੇ ਮੁੱਲਾਂ ਨੂੰ ਇੱਕ ਖਾਸ ਦਸ਼ਮਲਵ ਦੇ ਅੰਕਾਂ ਤੱਕ ਦੀ ਸੰਖਿਆ ਦੇ ਅਨੁਸਾਰ ਰਾਉਂਡ ਕਰ ਦੇਵੇਗਾ। ਆਪਾਂ ਮੈਥ ਵਿੱਚ ਪੜ੍ਹਿਆ ਹੈ ਰਾਉਂਡ ਆਫ ਕਰਨਾ, ਇਹ ਫੰਕਸ਼ਨ ਉਦਾਂ ਹੀ ਕੰਮ ਕਰਦਾ ਹੈ। ਹੁਣ ਦੇਖੋ ਇੱਥੇ ਹੈਗਾ 4.76584 ਤੇ ਆਪਾਂ ਫਾਰਮੂਲਾ ਲਗਾਇਆ ਹੈ ਇਜ਼ ਇਕੁਅਲ ਟੂ ਰਾਉਂਡ, A2 ਨੂੰ ਰਾਉਂਡ ਕਰਨਾ ਹੈ 2 ਡੈਸੀਮਲ ਪਲੇਸਿਸ ਤੱਕ, ਮਤਲਬ ਦਸ਼ਮਲਵ ਤੋਂ ਬਾਅਦ ਦੋ ਨੰਬਰ ਆਪਾਂ ਨੂੰ ਚਾਹੀਦੇ ਹਨ। ਤਾਂ ਉਹਨੇ ਇਹ 6 ਕਿਉਂਕਿ ਆਹ ਵਾਲਾ 5 ਹੈ, ਇਹ 5 ਤੇ ਵੱਡਾ ਜਾਂ ਇਕੁਅਲ ਹੈ, ਇਸ ਕਰਕੇ ਉਹਨੇ ਇਹ ਵਾਲੇ 6 ਨੂੰ 7 ਬਣਾਤਾ 4.77। ਇਦਾਂ ਹੀ ਇਹ ਵਾਲੇ ਨੰਬਰ ਨੂੰ ਅਗਰ 2 ਡੈਸੀਮਲਸ ਤੱਕ ਕਰਨਾ ਹੈ ਤਾਂ 4.54, ਕਿਉਂਕਿ ਜਿਹੜਾ ਅੱਗੇ ਵਾਲਾ ਨੰਬਰ ਹੈ ਉਹ 5 ਤੋਂ ਛੋਟਾ ਹੈ। ਠੀਕ ਹੈ, ਰਾਉਂਡ ਆਫ ਲਈ ਆਪਾਂ ਫੰਕਸ਼ਨ ਵਰਤਦੇ ਹਾਂ ਰਾਉਂਡ।